ASM न्यूज़ देख रहे सारे ਸਰੋਤਿਆਂ ਨੂੰ ਜੀ ਆਇਆਂ। ਕਰੋਨਾ ਜੋ ਕਿ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਇੱਕ ਮਹਾਮਾਰੀ ਬਣ ਕੇ ਫੈਲਿਆ ਹੋਇਆ ਔਰ ਇਸ ਕਰੋਨਾ ਦੇ ਨਾਲ ਬਹੁਤ ਅਨਮੁੱਲੀਆਂ ਜਾਨਾਂ ਲੱਖਾਂ ਦੀ ਤਾਦਾਦ ਵਿੱਚ ਜਾ ਚੁੱਕੀਆਂ ਔਰ ਹਾਲੇ ਤੱਕ ਇਸ ਕਰੋਨਾ ਮਹਾਮਾਰੀ ਦੀ, ਇਸ ਕਰੋਨਾ ਵਾਇਰਸ ਦੀ ਕੋਈ ਵੀ ਮੈਡੀਸਨ ਨਹੀਂ। ਔਰ ਜੇ ਆਪਾਂ ਗੱਲ ਕਰੀਏ ਆਪਣੇ ਦੇਸ਼ ਭਾਰਤ ਦੀ ਤਾਂ 2-2.5 ਮਹੀਨੇ ਦੇ ਲਗਭਗ ਆਪਾਂ ਸਾਰੇ ਲੋਕਡਾਊਨ ਦਾ ਜਿਹੜਾ ਦੁੱਖ ਆ ਉਹ ਝੱਲ ਚੁੱਕੇ ਹਾਂ ਔਰ ਲੋਕਡਾਊਨ ਤੋਂ ਬਾਅਦ ਜੋ ਹੁਣ ਜਿਹੜਾ ਸਮਾਂ ਚੱਲ ਰਿਹਾ ਉਹ ਅਨਲੌਕ ਇੱਕ ਚੱਲ ਰਿਹਾ ਜੋ ਕਿ 28 ਤਰੀਕ ਤੱਕ ਚੱਲਣਾ। ਹੁਣ ਜੇ ਮੈਂ ਗੱਲ ਕਰਾਂ ਪੰਜਾਬ ਦੀ ਤਾਂ ਲੋਕਡਾਊਨ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਇੱਥੋਂ ਤੱਕ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਰੋਨਾ ਦਾ ਕਹਿਰ ਆ ਉਹ ਬਹੁਤ ਤੇਜ਼ੀ ਨਾਲ ਵੱਧ ਰਿਹਾ। ਜਦੋਂ ਲੋਕਡਾਊਨ ਖਤਮ ਹੋਇਆ ਅਨਲੌਕ ਦਾ ਜਿਹੜਾ ਇਹ ਪੀਰੀਅਡ ਚਾਲੂ ਹੋਇਆ ਆ, ਸਰਕਾਰ ਨੇ WHO ਨੇ ਹਦਾਇਤਾਂ ਜਾਰੀ ਕੀਤੀਆਂ ਜਿਹਦੇ 'ਚ ਮਾਸਕ ਪਾਉਣਾ, ਹੱਥਾਂ ਨੂੰ ਬਾਰ-ਬਾਰ ਧੋਣਾ ਜਾਂ ਸੈਨੀਟਾਈਜ਼ਰ ਕਰਨਾ, ਸੋਸ਼ਲ ਡਿਸਟੈਂਸ ਔਰ ਕਿਵੇਂ ਆਪਾਂ ਖੁਸ਼ੀ ਗਮੀ ਦੇ ਸਮਾਗਮਾਂ ਦੇ ਵਿੱਚ ਕਿਸ ਤਰ੍ਹਾਂ ਆਪਾਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ, ਇਹ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਤਾਂ ਕਿ ਇਸ ਦੇ ਤੋਂ ਬਚਿਆ ਜਾ ਸਕੇ। ਕਿਉਂਕਿ ਲੋਕਡਾਊਨ ਦੇ ਵਿੱਚ ਜਿੱਥੇ ਪੂਰੇ ਹਿੰਦੁਸਤਾਨ ਦੀ, ਪੂਰੇ ਭਾਰਤ ਦੀ, ਪੰਜਾਬ ਦੀ, ਸਾਡੀ ਸਾਰਿਆਂ ਦੀ ਅਰਥ ਵਿਵਸਥਾ ਜਿਹੜੀ ਸੀਗੀ ਉਹ ਪੂਰੀ ਹਿੱਲੀ। ਸੋ ਅੱਜ ਅਸੀਂ ਖੜੇ ਹਾਂ ਲੁਧਿਆਣੇ ਦੇ ਇੱਕ ਪਾਊਸ਼ ਏਰੀਆ ਦੇ ਵਿੱਚ, ਦੁਗਰੀ ਦੇ ਵਿੱਚ ਖੜੇ ਹਾਂ। ਅਸੀਂ ਕੁਝ ਦਿਨਾਂ ਤੋਂ ਇੱਕ ਜੋ ਲੋਕਾਂ ਦੇ ਵਿੱਚ ਕਿ ਉਹ ਜਿਹੜੀਆਂ ਹਦਾਇਤਾਂ ਸਰਕਾਰ ਨੇ ਜਾਰੀ ਕੀਤੀਆਂ ਵੀ ਉਹ ਇੰਨੇ ਬਿੰਨ ਲਾਗੂ ਹੋ ਰਹੀਆਂ ਕਿ ਨਹੀਂ ਹੋ ਰਹੀਆਂ, ਆਓ ਅੱਜ ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਇਸ ਇਲਾਕੇ ਦੀ ਝਲਕ ਦਿਖਾਉਂਦੇ ਹਾਂ, ਛੋਟੀ ਜਿਹੀ ਇੱਕ ਰਾਈਡ ਕਰਾਉਂਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਇਸ ਪਾਊਸ਼ ਏਰੀਆ ਦੇ ਵਿੱਚ ਲੋਕ ਇਸ ਹਦਾਇਤਾਂ ਨੂੰ ਮੰਨ ਰਹੇ ਹੈ ਜਾਂ ਨਹੀਂ ਮੰਨ ਰਹੇ, ਪ੍ਰਸ਼ਾਸਨ ਕੀ ਕਰ ਰਿਹਾ ਹੈ। ਸੋ ਆਓ ਆਪਾਂ ਅੱਜ ਇੱਕ ਛੋਟੀ ਜਿਹੀ ਰਾਈਡ ਇਸ ਇਲਾਕੇ ਦੀ ਕਰਦੇ ਹਾਂ।
ਹੁਣ ਤੁਸੀਂ ਸਾਡੇ ਨਾਲ ਇੱਕ ਛੋਟੀ ਜਿਹੀ ਰਾਈਡ ਕਰਕੇ ਇਸ ਇਲਾਕੇ ਦੀ ਹਟਿਓ, ਅਸੀਂ ਤੁਹਾਨੂੰ ਉਸ ਰਾਈਡ ਤੇ ਦਿਖਾਇਆ ਕਿ ਕਿਸ ਤਰ੍ਹਾਂ ਲੋਕ ਬੇਖੌਫ ਇਸ ਵਾਇਰਸ ਤੋਂ ਬੇਖੌਫ ਕਿਵੇਂ ਸਰਕਾਰ ਵੱਲੋਂ ਦਿੱਤੀਆਂ ਹੋਈਆਂ, ਪ੍ਰਸ਼ਾਸਨ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹੈ। ਤੁਸੀਂ ਦੇਖਿਆ ਕਿ ਲੋਕਾਂ ਨੇ ਮਾਸਕ ਪਾਇਆ ਜ਼ਰੂਰ ਹੋਇਆ। ਬਾਈਕ ਤੇ ਜਾਣ ਲੱਗਿਆ ਜਿਵੇਂ ਚਲਾਨ ਤੋਂ ਬਚਣ ਲਈ ਅਸੀਂ ਹੈਲਮਟ ਹੱਥ 'ਚ ਫੜ ਲੈਂਦੇ ਹਾਂ, ਅਤੇ ਜਦੋਂ ਦੂਰੋਂ ਦੇਖਦੇ ਹਾਂ ਪੁਲਿਸ ਖੜੀ ਹੈ ਤਾਂ ਹੈਲਮਟ ਪਾ ਲੈਂਦੇ ਹਾਂ। ਇਸੇ ਤਰ੍ਹਾਂ ਮਾਸਕ ਥੱਲੇ ਕੀਤੇ ਹੋਏ ਆ, ਅਤੇ ਜਦੋਂ ਦੇਖਿਆ ਵੀ ਕੋਈ ਮੂਹਰੇ ਆਇਆ ਤਾਂ ਮਾਸਕ ਉੱਪਰ ਚੱਕ ਲਿਆ। ਸੋ ਕਿਵੇਂ ਬੱਚੇ ਜਿਹੜੇ ਨੇ ਉਹ ਬਿਨਾਂ ਸੋਸ਼ਲ ਡਿਸਟੈਂਸ ਤੋਂ, ਜਦ ਕਿ ਸਰਕਾਰ ਦੀਆਂ ਹਦਾਇਤਾਂ ਨੇ ਕਿ ਬੱਚਿਆਂ ਦਾ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ, ਉਹ ਬਿਨਾਂ ਸੋਸ਼ਲ ਡਿਸਟੈਂਸ ਤੋਂ ਕਿਵੇਂ ਖੇਡ ਰਹੇ ਆ। ਅਤੇ ਫਰਜ਼ ਬਣਦਾ ਮਾਪਿਆਂ ਦਾ ਕਿ ਬੱਚਿਆਂ ਨੂੰ ਸਮਝਾਉਣ, ਅਵੇਅਰ ਕਰਨ। ਸੋ ਇਹ ਸਾਰਾ ਕੁਝ ਤੁਸੀਂ ਦੇਖਿਆ, ਔਰ ਇਹੀ ਇੱਕ ਕਾਰਨ ਹੈ ਕਿ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਅਸੀਂ ਆਪਣੇ ਅੰਦਰੋਂ ਖੌਫ ਕੱਢਤਾ। ਜਦੋਂ ਤੱਕ ਕੇਸ ਬਹੁਤ ਥੋੜ੍ਹੇ ਸੀ ਅਸੀਂ ਡਰੇ ਹੋਏ ਸੀ, ਅੱਜ ਅਸੀਂ ਨਿਧੜਕ ਹੋ ਕੇ, ਬੇਖੌਫ ਹੋ ਕੇ ਰੇਹੜੀਆਂ ਦੇ ਉੱਤੇ ਤੁਸੀਂ ਦੇਖਿਆ ਕਿਵੇਂ ਰੇਹੜੀਆਂ ਵਾਲੇ ਬਿਨਾਂ ਮਾਸਕ ਤੋਂ, ਢਾਬੇ 'ਤੇ ਤੁਸੀਂ ਦੇਖਿਆ ਬਿਨਾਂ ਮਾਸਕ ਤੋਂ ਪਕਾਨ ਜਿਹੜੇ ਨੇ ਖਾਣਾ ਪਕਾਇਆ ਜਾ ਰਿਹਾ, ਉਹੀ ਤੁਹਾਨੂੰ ਪਰੋਸਿਆ ਜਾ ਰਿਹਾ। ਅਸੀਂ ਇੱਕ ਬਹੁਤ ਵੱਡੀ ਮਹਾਂਮਾਰੀ ਵਾਲੇ ਪਾਸੇ ਵੱਧ ਰਹੇ ਹਾਂ, ਜੋ ਕਿ ਸਾਡੇ ਲਈ ਬਹੁਤ ਖਤਰਨਾਕ ਹੋਏਗੀ। ਇਟਲੀ ਵਰਗੇ ਦੇਸ਼ ਜਿਹੜੇ ਕਿ ਇਸ ਮਹਾਂਮਾਰੀ ਤੋਂ ਨਹੀਂ ਬਚ ਸਕੇ, ਤਬਾਹੀ ਹੋਈ, ਅਮਰੀਕਾ ਵਰਗੇ ਦੇਸ਼, ਅਸੀਂ ਤਾਂ 114 ਨੰਬਰ 'ਤੇ ਆਉਂਦੇ ਹਾਂ। ਅਤੇ ਜਿਸ ਹਿਸਾਬ ਨਾਲ ਇਹ ਕਰੋਨਾ ਵੱਧ ਰਿਹਾ ਸਾਡੇ ਦੇਸ਼ ਵਿੱਚ, ਸਾਡੇ ਇਸ ਪ੍ਰਦੇਸ਼ ਵਿੱਚ, ਸਾਡੀ ਸਟੇਟ ਦੇ ਵਿੱਚ, ਅਤੇ ਜੇ ਇਸੇ ਤਰ੍ਹਾਂ ਵੱਧਦਾ ਗਿਆ ਇਹ ਬੇਕਾਬੂ ਹੋ ਜਾਊਗਾ। ਸੋ ਅਸੀਂ ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਆਤਮਨਗਰ ਸਾਹਿਬ ਗੁਰਮੀਤ ਸਿੰਘ ਕੁਲਾਰ ਜੀ ਨਾਲ ਗੱਲ ਕੀਤੀ, ਔਰ ਕਾਂਗਰਸ ਦੇ ਆਤਮਨਗਰ ਦੇ ਹਲਕਾ ਇੰਚਾਰਜ ਸਰ ਕਮਲਜੀਤ ਸਿੰਘ ਜੀ ਕਣਵਲ, ਉਹਨਾਂ ਨਾਲ ਵੀ ਗੱਲ ਕੀਤੀ ਹੈ। ਅਤੇ ਆਓ ਅਸੀਂ ਉਹਨਾਂ ਦੇ ਕੀ ਵਿਚਾਰ ਨੇ, ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ, ਆਓ ਅਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਈਏ। ASM ਨਿਊਜ਼ ਵੱਲੋਂ ਸਰ ਗੁਰਮੀਤ ਸਿੰਘ ਜੀ ਕੁਲਾਰ ਇੰਚਾਰਜ ਹਲਕਾ ਆਤਮਨਗਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਕੋਲ ਪਹੁੰਚਿਆ, ਜੋ ਕਰੋਨਾ ਦਾ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਜੋ ਕਹਿਰ ਵੱਧਦਾ ਜਾ ਰਿਹਾ, ਔਰ ਜੋ ਗਾਈਡਲਾਈਨ ਸਰਕਾਰ ਨੇ, WHO ਨੇ, ਪ੍ਰਸ਼ਾਸਨ ਨੇ ਦਿੱਤੀਆਂ ਨੇ ਲੋਕਾਂ ਨੂੰ, ਉਹ ਲੋਕ ਉਸ ਨੂੰ ਜੋ ਫੋਲੋ ਨਹੀਂ ਕਰ ਰਹੇ, ਉਹਦੇ ਬਾਰੇ ਆਪਾਂ ਸਰ ਗੁਰਮੀਤ ਸਿੰਘ ਕੁਲਾਰ ਜੀ ਨਾਲ ਵਿਚਾਰ ਸਾਂਝੇ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਪਹਿਲਾ ਸਵਾਲ ਹੈ ਕਿ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਜੋ ਲੋਕ ਔਨ ਇੱਕ ਚੱਲ ਰਿਹਾ ਤੇ ਦੋ ਜਿਹੜਾ ਸਟਾਰਟ ਹੋਣ ਜਾ ਰਿਹਾ, WHO ਨੇ ਤੇ ਸਰਕਾਰ ਨੇ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਲੋਕਾਂ ਨੂੰ ਵੀ ਲੋਕ ਇਸ ਕਰੋਨਾ ਤੋਂ ਬਚਣ ਲਈ ਸਾਨੂੰ ਇਸ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪਰ ਜੋ ਦੇਖਣ 'ਚ ਆਇਆ ਕਿ ਬਹੁਤੇ ਲੋਕ ਉਸ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ, ਤੇ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਹੈ ਕਿ ਇਹ ਲੋਕ ਜਿਹੜਾ ਹੈ ਕਿ ਇਸ ਹਦਾਇਤਾਂ ਦੀ ਪਾਲਣਾ ਕਰਨ। ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਦਾ ਕਿ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਇਹ ਜਿਹੜੀ ਬਿਮਾਰੀ ਇੰਨੀ ਜਿਹੜੀ ਭਿਆਨਕ ਹੋਏਗੀ। ਕਿ ਦੇਖੋ ਇਸ ਬਿਮਾਰੀ ਨੇ ਜਿਹੜੀ ਇਹ COVID-19 ਪੈਂਡੈਮਿਕ ਆ, ਇਹਨੇ ਦੁਨੀਆ ਨੂੰ ਹਿਲਾ ਕੇ ਰੱਖਤਾ। ਔਰ ਉਹ ਮੁਲਕ ਜਿਹੜੇ ਹੈਲਥ ਦੇ ਵਿੱਚ 1 ਨੰਬਰ ਤੇ ਸੀ, ਔਰ 2 ਨੰਬਰ ਔਰ 3 ਨੰਬਰ ਤੇ ਇਟਲੀ, ਅਮਰੀਕਾ ਔਰ ਫਰਾਂਸ, ਉਹਨਾਂ ਮੁਲਕਾਂ ਨੂੰ ਤਬਾਹ ਕਰਕੇ ਰੱਖ ਦਿੱਤਾ। ਕੀ ਕਾਰਨ ਸੀ? ਮੈਂ ਇਹ ਦੇਖਿਆ ਜਾਵੇ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਉਸ ਵੇਲੇ ਲੋਕਡਾਊਨ ਕਰਤਾ, ਲੇਕਿਨ ਉਹਨਾਂ ਮੁਲਕਾਂ ਨੇ, ਇਟਲੀ ਨੇ, ਅਮਰੀਕਾ ਨੇ ਔਰ ਫਰਾਂਸ ਨੇ ਲੋਕਡਾਊਨ ਨਹੀਂ ਕੀਤਾ। ਬਲਕਿ ਇਟਲੀ ਦੇ ਮੇਅਰ ਨੇ ਤਾਂ ਇਹ ਗੱਲ ਕਿਹਾ ਕਿ ਜਦੋਂ ਜਿਹੜੀ ਫਲਾਈਟ ਵੁਹਾਨ ਤੋਂ ਰੋਮ ਆਉਂਦੀ ਸੀ, ਉਹਦੇ ਵਿੱਚ ਜਿਹੜੇ ਯਾਤਰੀਆਂ ਨੂੰ ਜੱਫੀਆਂ ਪਾਈਆਂ ਕਿ ਅਸੀਂ ਕਰੋਨਾ ਨੂੰ ਕੀ ਸਮਝਦੇ ਹਾਂ। ਆਖਰ ਕਰੋਨਾ ਨੇ ਆਪਣਾ ਡਿਜ਼ਾਸਟਰ ਉੱਥੇ ਦਿਖਾਇਆ ਕਿ ਇਟਲੀ ਦੇ ਵਿੱਚ ਡੇਲੀ ਇੰਨੀਆਂ ਮੌਤਾਂ, 2-2 ਹਜ਼ਾਰ, 3-3 ਹਜ਼ਾਰ, 4-4 ਹਜ਼ਾਰ ਮੌਤ ਰੋਜ਼ ਹੋ ਜਾਣੀ, ਜਦ ਕਿ ਉੱਥੇ ਪ੍ਰਬੰਧ ਸਿਰਫ 200 ਬੋਡੀਜ਼ ਨੂੰ ਟੋਟਲ ਇਟਲੀ ਦੇ ਵਿੱਚ ਜਲਾਉਣ ਦਾ ਸੀਗਾ।
ਮੈਂ ਇਹ ਗੱਲ ਕਰਦਾ ਕਿ ਇਹ ਕਰੋਨਾ ਮੁੱਕਿਆ ਨਹੀਂ, ਇਹ ਕਰੋਨਾ ਖਤਮ ਨਹੀਂ ਹੋਇਆ। ਔਰ ਇਸ ਵੇਲੇ ਤਾਂ ਸਾਨੂੰ ਬਹੁਤ ਜ਼ਿਆਦਾ ਇਤਿਹਾਦ ਵਰਤਣ ਦੀ ਲੋੜ ਆ, ਕਿਉਂਕਿ ਜਿਹੜਾ ਅਨਲੌਕ ਹੋ ਗਿਆ, ਜਿਹੜਾ ਲੋਕਡਾਊਨ ਸੀ ਉਹ ਅਨਲੌਕ 1 ਚੱਲ ਰਿਹਾ ਇਸ ਵੇਲੇ, ਔਰ ਜਿਹੜਾ ਅਨਲੌਕ 1 ਚੱਲ ਰਿਹਾ ਵਾ ਉਸ ਦੇ ਵਿੱਚ ਸਭ ਕੁਝ ਖੋਲ ਦਿੱਤਾ ਗਿਆ ਵਾ। ਤੇ ਕਮਿਊਨਿਟੀ ਸਪਰੈਡਿੰਗ ਜਿਹੜੀ ਪਹਿਲਾਂ ਜਿਹੜਾ ਸੀਗਾ, ਅਸੀਂ ਘਰ ਦੇ ਵਿੱਚ ਜਾਂ ਕਿਤੇ ਬਾਹਰ ਗਏ ਉੱਥੋਂ ਸਾਨੂੰ ਇਹ ਜਿਹੜਾ ਸੰਕਰਮਿਤ ਹੋਣ ਦਾ ਖਦਸ਼ਾ ਸੀਗਾ, ਪਰ ਹੁਣ ਤਾਂ ਕਮਿਊਨਿਟੀ ਸਪਰੈਡਿੰਗ ਸਾਨੂੰ ਪਤਾ ਨਹੀਂ ਹੈਗਾ ਜਦੋਂ ਤੁਸੀਂ ਬਾਹਰ ਨਿਕਲੇ ਤੇ ਕਿਹਦੇ ਕਰੋਨਾ ਕਿਸ ਨੂੰ ਹੈ, ਕਿਹੜਾ ਅਫੈਕਟਡ ਆ, ਉਹਨੂੰ ਇਹ ਹੋ ਜਾਣਾ। ਔਰ ਖਾਸ ਕਰਕੇ 10 ਸਾਲ ਤੋਂ ਘੱਟ ਔਰ 60 ਸਾਲ ਤੋਂ ਉੱਪਰ ਦੇ ਜਿਹੜੇ ਵਿਅਕਤੀ ਨੇ ਉਹਨਾਂ ਵਿੱਚ ਤਾਂ ਇਸ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਦਾ ਸੰਵੇਦਨਸ਼ੀਲ ਆ ਕਿ ਉਹ ਹੋ ਸਕਦੇ ਆ। ਤੇ ਸਾਨੂੰ ਹੁਣ ਜਿਹੜੀਆਂ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ 114ਵੇਂ ਨੰਬਰ ਤੇ ਆ ਦੁਨੀਆ ਦੇ ਵਿੱਚ ਹੈਲਥ ਸਿਸਟਮ ਦੇ ਵਿੱਚ, ਤੇ ਸਾਡੇ ਕੋਲੇ ਤਾਂ ਦੇਸ਼ ਦੇ ਵਿੱਚ ਇੰਨੇ ਵੈਂਟੀਲੇਟਰ ਨਹੀਂ ਹੈਗੇ। ਮੈਂ ਗੱਲ ਕਰਾਂ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਨੇ ਇੱਕ ਜਿਹੜਾ ਰਾਧਾ ਸਵਾਮੀ ਸਤਸੰਗ ਬਿਆਸ ਘਰ ਵਾ ਉੱਥੇ ਕੋਵਿਡ ਸੈਂਟਰ ਬਣਾਇਆ, ਜਿੱਥੇ ਕੋਈ ਵੈਂਟੀਲੇਟਰ ਨਹੀਂ ਹੈਗਾ, ਸਿਰਫ ਉੱਥੇ ਪੇਸ਼ੈਂਟਸ ਨੂੰ ਰੱਖਣ ਵਾਸਤੇ ਕਿ ਜਿਸ ਤਰ੍ਹਾਂ 6 ਭਾਰਤ ਦੇ ਸ਼ਹਿਰਾਂ ਦੇ ਵਿੱਚ ਇਹ ਕਰੋਨਾ ਆਪਣੀ ਮਾਰ ਮਾਰ ਰਿਹਾ ਵਾ, ਬੰਬਈ, ਦਿੱਲੀ, ਇੰਦੌਰ, ਅਹਿਮਦਾਬਾਦ, ਜੈਪੁਰ ਤੇ ਮਦਰਾਸ, ਇਹਨਾਂ ਸ਼ਹਿਰਾਂ ਨੂੰ ਪੂਰੀ ਤਬਾਹੀ ਵੱਲ ਲੈ ਕੇ ਜਾ ਰਿਹਾ ਵਾ, ਕਿਉਂਕਿ ਇੱਥੇ ਕਮਿਊਨਿਟੀ ਸਪਰੈਡਿੰਗ ਹੋ ਗਈ ਆ। ਜਿਹੜੀ ਕਮਿਊਨਿਟੀ ਸਪਰੈਡਿੰਗ ਬਹੁਤ ਡੇਂਜਰਸ ਆ, 1 ਤੋਂ 36 ਵਿਅਕਤੀਆਂ ਨੂੰ ਇੱਕ ਵਾਰ 'ਚ ਹੋ ਜਾਣਾ, ਇਹ ਬਹੁਤ ਅਚੰਭੇ ਵਾਲੀ ਗੱਲ ਆ। ਸਰਕਾਰ ਨੇ ਜਿਹੜੀਆਂ ਗਾਈਡਲਾਈਨਸ, ਕੁਝ ਗਾਈਡਲਾਈਨਸ ਐਸੀਆਂ ਕੀਤੀਆਂ ਨੇ, ਮੈਂ ਗੱਲ ਕਰਾਂ ਸਰਕਾਰ ਨੇ ਇੱਕ ਪਾਸੇ ਜਿਹੜੇ ਫੈਕਟਰੀਆਂ ਨੂੰ ਖੋਲਣ ਦੀ ਇਜਾਜ਼ਤ ਦਿੱਤੀ, ਦੂਸਰੇ ਪਾਸੇ ਫ੍ਰੀ ਟ੍ਰੇਨਸ ਚਲਾ ਕੇ ਲੇਬਰ ਨੂੰ ਪਿੰਡਾਂ 'ਚ ਭੇਜਣਾ ਸ਼ੁਰੂ ਕਰਤਾ। ਸਰਕਾਰ ਦੀਆਂ ਗਾਈਡਲਾਈਨਸ ਕਿਤੇ ਨਾ ਕਿਤੇ ਇਹ ਬੜੀਆਂ ਕੰਟਰਾਡਿਕਟਰੀ ਹੋ ਰਹੀਆਂ ਨੇ ਕਿ ਅੱਜ ਉਹ ਲੇਬਰ ਜਿਹੜੀ ਪਿੰਡਾਂ ਦੇ ਵਿੱਚ ਬੈਠੀ ਆ, ਫੈਕਟਰੀਆਂ 'ਚ ਕੰਮ ਕਰਨਾ ਚਾਹੁੰਦੀ ਆ, ਪਰ ਉਹਨਾਂ ਨੂੰ ਉੱਥੋਂ ਆਉਣ ਦਾ ਕੋਈ ਸਾਧਨ ਨਹੀਂ ਦਿੱਤਾ। ਇਹ ਜਿਹੜੀ ਕਮਿਊਨਿਟੀ ਸਪਰੈਡਿੰਗ ਹੈ, ਇਹਦੇ ਵਿੱਚ ਸਾਨੂੰ ਜ਼ਰੂਰ ਸੋਸ਼ਲ ਡਿਸਟੈਂਸਿੰਗ, ਮਾਸਕ ਲਗਾਉਣਾ ਔਰ 20 ਸੈਕਿੰਡ ਲਈ ਹੱਥ ਧੋਣਾ ਇਹ ਬਹੁਤ ਜ਼ਰੂਰੀ ਹੋ ਗਿਆ ਵਾ। ਬਚਾਅ ਦੇ ਵਿੱਚ ਹੀ ਬਚਾਅ ਵਾ, ਅਗਰ ਅਸੀਂ ਬਚਾਅ ਕਰਾਂਗੇ ਤਾਂ ਹੀ ਸਾਡਾ ਬਚਾਅ ਹੋ ਸਕਦਾ ਵਾ, ਪਰ ਜੇ ਸਾਹਮਣੇ ਵਾਲਾ ਬੰਦਾ ਇਸ ਚੀਜ਼ ਦਾ ਧਿਆਨ ਨਹੀਂ ਦਿੰਦਾ ਉਹਦੇ ਨਾਲ ਵੀ ਅਸੀਂ ਇਫੈਕਟ ਹੋ ਸਕਦੇ ਹਾਂ। ਸੋ ਸਾਨੂੰ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਆ। ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਹੈਗੀ ਮਾਸਕ ਲਗਾਉਣਾ। ਜੇਕਰ ਅਸੀਂ ਮਾਸਕ ਨਹੀਂ ਲਗਾਉਂਦੇ ਤਾਂ ਬਹੁਤ ਵੱਡਾ ਇਹ ਇੱਕ ਡਿਜ਼ਾਸਟਰ ਆ, ਕਿਉਂਕਿ ਜਿੱਥੇ 50-100 ਲੋਕ ਬੈਠੇ ਨੇ ਉੱਥੇ ਤਾਂ ਮਾਸਕ ਸਾਡਾ ਇੰਨਾ ਜ਼ਰੂਰੀ ਆ। ਠੀਕ ਹੈ, ਅਸੀਂ ਸਰਕਾਰ ਨੂੰ ਇੱਕ ਅਪੀਲ ਵੀ ਕੀਤੀ ਹੈ ਕਿ ਅਗਰ ਇਕੱਲਾ ਬੰਦਾ ਗੱਡੀ 'ਚ ਜਾ ਰਿਹਾ ਤਾਂ ਉਹਦੇ ਤੇ ਮਾਸਕ ਨਹੀਂ ਐਪਲੀਕੇਬਲ ਹੋਣਾ ਚਾਹੀਦਾ। ਗੱਡੀ ਬੰਦ ਆ, ਸ਼ੀਸ਼ੇ ਬੰਦ ਆ, ਉਹਦੇ ਵਾਸਤੇ ਨਹੀਂ ਹੋਣਾ ਚਾਹੀਦਾ। 2 ਬੰਦੇ ਬੈਠੇ ਆ ਜ਼ਰੂਰ ਹੋਣਾ ਚਾਹੀਦਾ ਵਾ। ਸਰਕਾਰ ਨੇ 3 ਬੰਦੇ ਅਲਾਉ ਕੀਤੇ, 3 ਅਗਰ ਬੈਠੇ ਤਾਂ ਉਹਨਾਂ ਵਾਸਤੇ ਅਲਾਉ ਹੋਣਾ ਚਾਹੀਦਾ, ਪਰ ਜੇ 1 ਬੰਦਾ ਬੈਠਾ ਵਾ ਤਾਂ ਉਹਦੇ ਵਾਸਤੇ ਮਾਸਕ ਨਹੀਂ ਅਲਾਉ ਹੋਣਾ ਚਾਹੀਦਾ। ਮੋਟਰਸਾਈਕਲ ਦੇ ਉੱਤੇ ਅਗਰ 2 ਬੰਦੇ ਬੈਠੇ ਆ, ਠੀਕ ਹੈ, ਦੋਨਾਂ ਨੂੰ ਮਾਸਕ ਹੋਣਾ ਚਾਹੀਦਾ, ਪਰ ਮੋਟਰਸਾਈਕਲ ਖੁੱਲੇ ਆਮ ਚੱਲ ਰਿਹਾ ਵਾ ਉਹਦੇ ਤੇ 1 ਬੰਦੇ ਨੂੰ ਵੀ ਹੋਣਾ ਚਾਹੀਦਾ ਵਾ। ਤਾਂ ਮੈਂ ਗੱਲ ਕਰਦਾ ਕਿ ਇਹ ਜਿਹੜਾ ਐਪੀਡੈਮਿਕ ਦਾ ਟਾਈਮ ਆ, ਇਹਦੇ ਵਿੱਚ ਜੇ ਭਾਰਤ ਨੇ ਕਿਤੇ ਆਪਣੇ ਆਪ ਨੂੰ ਅਸੀਂ ਨਾ ਸੰਭਾਲਿਆ ਤਾਂ ਅਸੀਂ ਸੰਭਲ ਨਹੀਂ ਪਾਵਾਂਗੇ। ਕਿ ਹੁਣ ਵੀ ਦਿੱਲੀ ਔਰ ਬੰਬਈ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਡੈੱਡ ਬੋਡੀਜ਼ ਨੂੰ ਦਫਨਾਉਣ ਦਾ ਜਾਂ ਜਲਾਉਣ ਦਾ, ਸੰਸਕਾਰ ਕਰਨ ਦਾ ਜਿਹੜੀ ਉਹਦੀ ਲਾਈਨ ਲੱਗ ਰਹੀ ਆ ਔਰ 5-5 6-6 ਦਿਨ ਬਾਅਦ ਵਾਰੀ ਆ ਰਹੀ ਆ, ਤਾਂ ਉਹ ਚੀਜ਼ ਤੋਂ ਅਗਰ ਅਸੀਂ ਬਚਣਾ ਵਾ ਤਾਂ ਬਚਾਅ ਦੇ ਵਿੱਚ ਹੀ ਬਚਾਅ ਵਾ। ਸਾਨੂੰ ਜਿੱਥੇ ਦੂਸਰਿਆਂ ਦਾ ਧਿਆਨ ਰੱਖਣਾ ਵਾ ਉੱਥੇ ਸਾਨੂੰ ਸਭ ਤੋਂ ਪਹਿਲਾਂ ਆਪਣਾ ਧਿਆਨ ਰੱਖਣਾ ਪੈਣਾ, ਕਿਉਂਕਿ ਸ਼ਡਿਊਲਸ ਆਰ ਇੰਪੋਰਟੈਂਟ ਬਟ ਸੇਫਟੀ ਕਮਸ ਫਸਟ। ਸਾਨੂੰ ਆਪਣੀ ਜਿਹੜੀ ਸੁਰੱਖਿਅਤਾ ਵਾ ਉਹ ਪਹਿਲਾਂ ਰੱਖਣੀ ਚਾਹੀਦੀ ਹੈ। ਜੇ ਅਸੀਂ ਸੁਰੱਖਿਅਤ ਹਾਂ ਤਾਂ ਅਸੀਂ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ। ਮੇਰਾ ਸਵਾਲ ਚ ਕੀ ਰੋਲ ਅਦਾ ਕਰਨਾ ਚਾਹੀਦਾ? ਕੀ ਉਹਨੂੰ ਸਖਤੀ ਕਰਨੀ ਚਾਹੀਦੀ ਹੈ? ਸਖਤੀ ਜ਼ਰੂਰ ਕਰਨੀ ਚਾਹੀਦੀ ਹੈ। ਦੇਖੋ, ਜੇ ਪ੍ਰਸ਼ਾਸਨ ਸਖਤੀ ਨਹੀਂ ਕਰੇਗਾ, ਪਰ ਉਹ ਸਖਤੀ ਸਿਰਫ ਚਲਾਨ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ। ਇਕੱਲੇ ਤੁਸੀਂ ਦੇਖੋ ਰੋਜ਼ ਦੇ ਇੰਨੇ ਚਲਾਨ ਕਰਕੇ ਇਸ ਚੀਜ਼ ਦਾ ਕੋਈ ਹੱਲ ਨਹੀਂ। ਮੈਂ ਤਾਂ ਇਹ ਕਹਿਣਾ ਵਾ ਕਿ ਜਿੱਥੇ ਚਲਾਨ ਕਰਨਾ ਵਾ ਉੱਥੇ ਇੱਕ ਸਟਾਲ ਵੀ ਜ਼ਰੂਰ ਲੱਗਿਆ ਹੋਣਾ ਚਾਹੀਦਾ ਨਾਲ ਮਾਸਕ ਦਾ, ਵੀ ਤੁਸੀਂ ਜਾਂ ਤਾਂ ਇੱਥੋਂ ਮਾਸਕ ਪਾ ਕੇ ਚਲੇ ਜਾਓ। ਇੱਕ ਪੀਰੀਅਡ ਦੇਣਾ ਚਾਹੀਦਾ, 10 ਦਿਨ ਦਾ ਪੀਰੀਅਡ ਦਿੱਤਾ ਕਿ ਜਿੱਥੇ ਚਲਾਨ ਜੇ ਨਹੀਂ ਪਾਉਂਦਾ ਤਾਂ ਚਲਾਨ ਜ਼ਰੂਰ ਹੋਣਾ ਚਾਹੀਦਾ, ਪਰ ਜੇ ਚਲਾਨ ਤੋਂ ਬਗੈਰ ਉਹਨੂੰ ਮਾਸਕ ਦੇ ਕੇ ਉਹਦੇ ਪੈਸਿਆਂ ਦਾ
ਉਹਨੂੰ ਇੱਕ ਫੈਸਿਲਿਟੀ ਦਿੱਤੀ ਜਾਵੇ ਤਾਂ ਕਿਤੇ ਨਾ ਕਿਤੇ ਜਾ ਕੇ ਉਹਦੇ ਜ਼ਿਹਨ ਦੇ ਵਿੱਚ ਜਾਂ ਉਹਦੇ ਮਨ ਦੇ ਵਿੱਚ ਇਹ ਗੱਲ ਆਏਗੀ ਕਿ ਵਾਕਈ ਇਹ ਚੀਜ਼ ਜ਼ਰੂਰੀ ਆ। ਕਿਉਂਕਿ ਇਹ ਇੱਕ ਬਿਮਾਰੀ ਐਸੀ ਹੈ ਜਿਹਦਾ ਹਜੇ ਤੱਕ ਇਲਾਜ ਨਹੀਂ ਆਇਆ। ਅਸੀਂ ਕਹਿੰਦੇ ਆ ਵੀ ਬੁਖਾਰ ਚੜਿਆ, ਅਸੀਂ ਗੋਲੀ ਲੈ ਲਈ ਕਰੋਸਿਨ ਦੀ, ਪੈਰਾਸੀਟਾਮੋਲ ਦੀ ਗੋਲੀ ਲੈ ਲਈ, ਇਹਦਾ ਇਲਾਜ ਹੀ ਨਹੀਂ ਹੈ। ਦੁਨੀਆ ਦੇ ਵਿੱਚ ਇਹਦਾ ਅਜੇ ਤੱਕ ਇਲਾਜ ਨਹੀਂ ਆਇਆ ਹੈਗਾ। ਤੇ ਸਾਨੂੰ ਜਿਸ ਚੀਜ਼ ਦਾ ਇਲਾਜ ਨਹੀਂ ਹੈਗਾ ਉਸ ਚੀਜ਼ ਤੋਂ ਜ਼ਰੂਰ ਬਚਣਾ ਚਾਹੀਦਾ ਵਾ, ਕਿਉਂਕਿ ਪਤਾ ਨਹੀਂ ਕਿਸ ਵੇਲੇ ਕਿਸੇ ਨੇ ਅਫੈਕਟਡ ਹੋ ਜਾਣਾ ਵਾ। ਔਰ ਤੁਸੀਂ ਇਹ ਦੇਖੋ ਕਿ ਇੱਕ ਤੋਂ ਹੋਣ ਤੋਂ ਬਾਅਦ ਕਿਸ ਤਰ੍ਹਾਂ ਇਹ ਫੈਲਦਾ ਵਾ ਲੋਕਾਂ ਦੇ ਵਿੱਚ ਤੇ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਵਾ। ਔਰ ਪੰਜਾਬ ਵੀ ਕਾਫੀ ਉੱਪਰ ਆ ਗਿਆ ਵਾ ਇਸ ਦੇ ਵਿੱਚ ਅਫੈਕਟਡ ਦੇ ਵਿੱਚ, ਔਰ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਵਾ ਜਿਹੜਾ ਮੈਕਸਿਮਮ ਅਫੈਕਟਡ ਦੇ ਵਿੱਚ। ਤੇ ਕਮਿਊਨਿਟੀ ਸਪਰੈਡਿੰਗ, ਕਿਉਂਕਿ ਸਭ ਕੁਝ ਖੁੱਲ ਚੁੱਕਾ। ਜੇ ਹੁਣ ਅਸੀਂ ਧਿਆਨ ਨਾ ਦਿੱਤਾ ਤਾਂ ਅਸੀਂ ਬਹੁਤ ਵੱਡੇ ਡਿਜ਼ਾਸਟਰ ਵੱਲ ਧੱਕੇ ਜਾਵਾਂਗੇ ਕਿ ਜਿੱਤੋਂ ਸ਼ਾਇਦ ਉੱਭਰਨਾ ਸਾਨੂੰ 10-20 ਸਾਲ ਤੱਕ ਪਾਸੇ ਰਹਿ ਗਿਆ, ਬਹੁਤ ਟਾਈਮ ਲੱਗੇਗਾ, ਉਹ 'ਚੋਂ ਅਸੀਂ ਬਾਹਰ ਨਹੀਂ ਨਿਕਲ ਪਾਵਾਂਗੇ। ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਮੌਕੇ 'ਤੇ? ਮੈਂ ਲੋਕਾਂ ਨੂੰ ਇੱਕੋ ਹੀ ਅਪੀਲ ਕਰਨੀ ਚਾਹੂੰਗਾ। ਦੇਖੋ, ਮੈਂ ਫਿਰ ਉਹ ਗੱਲ ਨੂੰ ਦੁਹਰਾ ਰਿਹਾ ਹਾਂ ਕਿ ਸ਼ਡਿਊਲਸ ਆਰ ਇੰਪੋਰਟੈਂਟ ਬਟ ਸੇਫਟੀ ਕਮਸ ਫਸਟ। ਆਪਣੇ ਸਿਹਤ ਦੀ ਕੋਸਟ ਦੇ ਉੱਤੇ ਤੁਸੀਂ ਉਹ ਕੰਮ ਨਾ ਕਰੋ ਜਿਨ੍ਹਾਂ ਦੀ ਅਜੇ ਜ਼ਰੂਰਤ ਨਹੀਂ ਹੈਗੀ। ਜ਼ਰੂਰੀ ਕੰਮ ਸਾਨੂੰ ਸਾਰਿਆਂ ਨੂੰ ਜ਼ਰੂਰ ਕਰਨੇ ਚਾਹੀਦੇ ਆ, ਲੇਕਿਨ ਅਸੀਂ ਕਹਿੰਦੇ ਚਲੋ ਬਾਹਰ ਘੁੰਮੇ ਆਈਏ, ਉਹ ਚੀਜ਼ਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਵਾ। ਔਰ ਅੱਜ ਕੱਲ੍ਹ ਆਨਲਾਈਨ ਸਭ ਕੁਝ ਹੋ ਗਿਆ ਵਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਨਲਾਈਨ ਦੇ ਵਿੱਚ ਸਾਨੂੰ ਡਿਸਕਾਊਂਟ ਵੀ ਮਿਲਦਾ ਵਾ ਪਲੱਸ, ਔਰ ਆਨਲਾਈਨ ਦੇ ਵਿੱਚ ਸਾਡੇ ਘਰ ਚੀਜ਼ ਦੀ ਪਹੁੰਚ ਮਿਲਦੀ ਆ। ਤੀਸਰੀ ਜਿਹੜੀ ਸਭ ਤੋਂ ਵੱਡੀ ਚੀਜ਼ ਆ ਕਿ ਸੋਸ਼ਲ ਡਿਸਟੈਂਸਿੰਗ। ਅਗਰ ਅਸੀਂ ਕਿਸੇ ਜਗ੍ਹਾ ਜਾਂਦੇ ਆ ਤਾਂ ਉਸ ਜਗ੍ਹਾ ਅਗਰ ਅਸੀਂ 5-7-10 ਸੈਕਿੰਡ ਦੀ ਗੱਲ ਆ, ਅਗਰ ਅਸੀਂ ਆਪਣਾ ਧਿਆਨ ਰੱਖ ਲਾਂਗੇ ਤਾਂ ਬਹੁਤ ਵੱਡਾ ਬਚਾਅ ਸਾਡਾ ਹੋਣਾ ਵਾ। ਸਾਡਾ ਨਹੀਂ ਹੋਣਾ, ਸਾਡੇ ਪਰਿਵਾਰ ਦਾ ਹੋਣਾ ਵਾ। ਸਾਡੇ ਪਰਿਵਾਰ ਦਾ ਨਹੀਂ ਹੋਣਾ, ਸਾਡੇ ਸਮਾਜ ਦਾ ਹੋਣਾ ਵਾ। ਸਾਡੇ ਸਮਾਜ ਦਾ ਨਹੀਂ ਲੁਧਿਆਣੇ ਦਾ ਹੋਣਾ, ਲੁਧਿਆਣੇ ਦਾ ਨਹੀਂ ਪੰਜਾਬ ਦਾ, ਪੰਜਾਬ ਦਾ ਨਹੀਂ ਭਾਰਤ ਦਾ। ਮੈਂ ਭਾਰਤ ਤੱਕ ਹੀ ਸੀਮਿਤ ਨਹੀਂ, ਦੁਨੀਆ ਦਾ ਬਚਾਅ ਹੋਣਾ ਵਾ। ਤੇ ਜੇ ਅਸੀਂ ਇਸ ਦੇ ਵਿੱਚੋਂ ਬਚਾਅ ਕਰ ਲਾਂਗੇ ਤਾਂ ਸਾਡਾ ਬਚਾਅ ਹੋ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖੋ ਕਿ ਇਸ ਵਕਤ ਹਾਲਾਤ ਕੀ ਨੇ। ਇਕਨੋਮੀ ਸਾਡੀ 2 ਮਹੀਨੇ ਦੇ ਲੋਕਡਾਊਨ ਨੇ ਤਬਾਹ ਕਰਤੀ ਆ। ਇਹ ਇਕਨੋਮੀ ਨੂੰ ਹੋਰ ਜ਼ਿਆਦਾ ਲੋਕਡਾਊਨ ਨਹੀਂ ਰੱਖਿਆ ਜਾ ਸਕਦਾ, ਕੰਮ ਨੂੰ ਹੋਰ ਜ਼ਿਆਦਾ ਲੋਕਡਾਊਨ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਮਾਈਗ੍ਰੇਟਰੀ ਲੇਬਰ ਇਸ ਕਰਕੇ ਪਿੰਡਾਂ ਨੂੰ ਭੱਜ ਗਈ ਕਿ ਇੱਥੇ ਕੰਮ ਨਹੀਂ ਹੈਗਾ। ਕੰਮ ਵੀ ਚਲਾਉਣਾ, ਲੇਕਿਨ ਕੰਮ ਨੂੰ ਅਗਰ ਅਸੀਂ ਪ੍ਰੀਕਾਸ਼ਨਰੀ ਢੰਗ ਦੇ ਨਾਲ ਕਰ ਲਾਂਗੇ ਤਾਂ ਕੰਮ ਵੀ ਚੱਲਦਾ ਰਹੇਗਾ। ਸਾਈਕਲ ਲਾਈਕ ਇੱਕ ਸਾਈਕਲ ਸੋਸ਼ਲ ਡਿਸਟੈਂਸਿੰਗ ਦੇ ਵਿੱਚ ਕਿੰਨਾ ਵੱਡਾ ਰੋਲ ਅਦਾ ਕਰਦਾ। ਅੱਜ ਵੀ ਭਾਰਤ ਦੇ 32 ਕਰੋੜ ਲੋਕ ਐਸੇ ਨੇ ਜਿਹੜੇ ਆਪਣੇ ਕੰਮ ਤੇ ਘਰੋਂ ਪੈਦਲ ਜਾਂਦੇ ਨੇ 6 ਕਿਲੋਮੀਟਰ ਤੱਕ ਦਾ ਸਫ਼ਰ। ਅੱਜ ਉਹਨਾਂ ਨੂੰ ਸਾਈਕਲ ਮਿਲ ਗਿਆ, ਸੋਸ਼ਲ ਡਿਸਟੈਂਸਿੰਗ ਦੇ ਵਿੱਚ ਸਮਾਂ ਘੱਟ ਲੱਗਿਆ, ਉਹਨਾਂ ਨੇ ਮੇਨਟੇਨ ਕਰ ਲਿਆ ਔਰ ਇਸ ਚੀਜ਼ ਤੋਂ ਬਚਾਅ ਵੀ ਹੋ ਗਿਆ। ਤੇ ਅੱਗੇ ਜਦੋਂ ਝੁੰਡਾਂ ਦੇ ਝੁੰਡ ਬਣਾ ਕੇ ਜਾਂਦੇ ਸੀਗੇ ਪੈਦਲ, ਤਾਂ ਉਹਦੇ ਵਿੱਚ ਬਹੁਤ ਵੱਡਾ ਇੱਕ ਖਦਸ਼ਾ ਸੀਗਾ ਇਸ ਬਿਮਾਰੀ ਨੂੰ ਹੋਰ ਸੰਕਰਮਿਤ ਹੋਣ ਦਾ। ਤੇ ਜਦੋਂ ਹੁਣ ਜਿਹੜਾ ਸਾਈਕਲ ਆ ਸਭ ਤੋਂ ਵੱਧ ਕੋਵਿਡ-19 ਦੇ ਟਾਈਮ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਵਿੱਚ ਜਿਹੜਾ ਵਹੀਕਲ ਬਣ ਕੇ ਬਾਹਰ ਨਿਕਲਿਆ ਕਿ ਸਾਈਕਲ ਇਜ਼ ਦੀ ਬੈਸਟ ਰਾਈਡਿੰਗ ਫॉर ਟੂ ਪ੍ਰੋਟੈਕਟ ਕਰੋਨਾ। ਤਾਂ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਤੇ ਆਪਣਾ ਆਲਾ ਦੁਆਲਾ ਜ਼ਰੂਰ ਸਾਫ਼ ਰੱਖਣਾ ਚਾਹੀਦਾ। ਅਸੀਂ ਅੱਜ ਜਿਹੜਾ ਆਪਣਾ ਆਲਾ ਦੁਆਲਾ ਮਾਸਕ ਅਗਰ ਅਸੀਂ ਉਹਨੂੰ ਯੂਜ਼ ਕਰ ਲਿਆ ਤਾਂ ਉਸ ਤੋਂ ਬਾਅਦ ਕਈ ਲੋਕ ਉਸ ਨੂੰ ਸੜਕ ਤੇ ਹੀ ਸੁੱਟ ਦਿੰਦੇ ਆ, ਤਾਂ ਉਹ ਤਾਂ ਫਿਰ ਕਿਸੇ ਨੂੰ ਹੋਰ ਸੰਕਰਮਿਤ ਹੋਣ ਲਈ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਵਾ, ਕੰਟਰੀਬਿਊਸ਼ਨ ਕਰ ਰਿਹਾ। ਸਾਨੂੰ ਉਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਸਾਨੂੰ ਉਹਦੇ ਵੱਲ ਬਚਾਅ ਰੱਖਣਾ ਚਾਹੀਦਾ ਕਿ ਅਸੀਂ ਉਸ ਨੂੰ ਡਸਟਬਿਨ ਦੇ ਵਿੱਚ ਸਿੱਟੀਏ, ਬਾਇਓਮੈਡੀਕਲ ਵੇਸਟ ਦੇ ਵਿੱਚ ਉਸ ਨੂੰ ਭੇਜੀਏ, ਜਨਰਲ ਦੇ ਵਿੱਚ ਨਾ ਭੇਜੀਏ, ਤਾਂ ਬਹੁਤ ਵੱਡਾ ਬਚਾਅ ਹੋ ਸਕਦਾ ਵਾ। ਤੇ ਸਾਨੂੰ ਇਸ ਵੇਲੇ ਪੰਜਾਬੀਆਂ ਨੂੰ, ਭਾਰਤੀਆਂ ਨੂੰ ਕਮਿਊਨਿਟੀ ਸਪਰੈਡਿੰਗ ਤੋਂ ਬਚਾਅ ਕਰਨ ਦੀ ਲੋੜ ਆ। ਕਿ ਤੁਸੀਂ ਦੇਖੋ ਕਿ ਦਿੱਲੀ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਜਿਹੜਾ ਇੱਕ ਪ੍ਰੋਗਰਾਮ ਹੋ ਰਿਹਾ ਸੀ, ਉੱਥੋਂ ਕਿੰਨੀ ਦੁਨੀਆ ਨੂੰ ਫੈਲ ਗਿਆ। ਇਸ ਚੀਜ਼ ਤੋਂ ਅਗਰ ਅਸੀਂ ਬਚਾਅ ਕਰ ਲਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਕਰੋਨਾ ਨੂੰ ਅਸੀਂ ਹਰਾ ਦੇਵਾਂਗੇ। ਠੀਕ ਹੈ। ਸੋ ਬਹੁਤ ਧੰਨਵਾਦ ਕੁਲਾਰ ਸਾਹਿਬ। ਸੋ ਕੁਲਾਰ ਸਾਹਿਬ ਨੇ ਵੀ ਬੇਨਤੀ ਕੀਤੀ ਕਿ ਸਾਨੂੰ ਜਿਹੜੀਆਂ ਹਦਾਇਤਾਂ ਨੇ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਸਾਨੂੰ ਆਪਣੇ ਘਰ ਚੋਂ ਬਾਹਰ ਨਿਕਲਣਾ ਚਾਹੀਦਾ। ਆਤਮਨਿਰਭਰ ਹਲਕਾ ਕਾਂਗਰਸ ਦੇ ਹਲਕਾ ਇੰਚਾਰਜ ਸਰ ਕਮਲਜੀਤ ਸਿੰਘ ਖੜਗੜ ਉਹਨਾਂ ਪਾਸ ਪਹੁੰਚੇ ਹੈ ਤੇ ਉਹਨਾਂ ਨਾਲ ਅਸੀਂ ਕੁਝ ਸਵਾਲ ਜਵਾਬ ਕਰਾਂਗੇ ਕਰੋਨਾ ਸੰਬੰਧੀ। ਖੜਗੜ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ। ਪਹਿਲਾ ਮੇਰਾ ਸਵਾਲ ਹੈ ਕਿ
ਲੋਕਡਾਊਨ ਤੋਂ ਬਾਅਦ ਅਨਲੌਕ 1 ਦਾ ਜਿਹੜਾ ਪੀਰੀਅਡ ਚੱਲ ਰਿਹਾ ਹੈ, ਇਸ ਦੌਰਾਨ ਜਿਹੜਾ ਕਰੋਨਾ ਦਾ ਕਹਿਰ ਹੈ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਲੋਕਡਾਊਨ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਇਹਦਾ ਜਿਹੜਾ ਬਚਾਅ ਕਰਨਾ, ਪਰ ਜਿਹੜੇ ਆਮ ਲੋਕ ਨੇ ਜੋ ਦੇਖਿਆ ਜਾ ਰਿਹਾ ਕਿ ਕਰੋਨਾ ਦਾ ਕਹਿਰ ਵੱਧ ਰਿਹਾ, ਬਟ ਉਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਦਾ ਜਿਹੜਾ ਉਹਨੂੰ ਫੋਲੋ ਨਹੀਂ ਕਰ ਰਹੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸੋ ਜਿਹੜਾ ਤੁਸੀਂ ਸਵਾਲ ਕੀਤਾ, ਇਸ ਗੱਲ ਨੂੰ ਪੰਜਾਬ ਸਰਕਾਰ ਨੇ ਦੇਖਦੇ ਹੋਏ ਵੀ ਲੋਕ ਉਸ ਚੀਜ਼ ਨੂੰ ਸ਼ਾਇਦ ਭੁੱਲਣ ਲੱਗ ਗਏ ਸੀਗੇ, ਤੇ ਪੰਜਾਬ ਸਰਕਾਰ ਨੇ ਜਿਹੜਾ ਐਤਵਾਰ ਨੂੰ ਸੰਡੇ ਵਾਲੇ ਦਿਨ ਜਿਹੜੇ ਲੋਕ ਕਿਸੇ ਦੇ ਘਰੇ ਚੱਲ ਜਾਂਦੇ ਸੀ, ਕੋਈ ਫੰਕਸ਼ਨ ਕਰਨ ਲੱਗ ਜਾਂਦੇ ਸੀ, ਉਸ ਕਰਕੇ ਦੁਬਾਰੇ ਤੋਂ ਜਿਹੜਾ ਇਹ ਲੋਕਡਾਊਨ ਸੰਡੇ ਵਾਸਤੇ ਕੀਤਾ, ਉਹ ਇਸੇ ਵਾਸਤੇ ਕੀਤਾ ਸਰਕਾਰ ਕਰਨੀ ਵੀ ਲੋਕਾਂ ਦੇ ਵਿੱਚ ਜਿਹੜੀ ਉਹ ਢਿੱਲ ਆ ਗਈ ਉਹਨੂੰ ਦੁਬਾਰੇ ਤੋਂ ਠੀਕ ਕੀਤਾ ਜਾ ਸਕੇ ਤਾਂ ਕਿ ਜ਼ਿਆਦਾ ਨੁਕਸਾਨ ਹੋ ਨਾ ਸਕੇ। ਸਰਕਾਰ ਕਰਨੀ ਉਹ ਦੇਖੋ ਇੱਕ ਵਾਰੀ ਆਪਣੀ ਡਿਊਟੀ ਬਹੁਤ ਬਾਖੂਬੀ ਪੰਜਾਬ ਸਰਕਾਰ ਨੇ ਨਿਭਾਈ ਆ। ਲੋਕਡਾਊਨ ਦੇ ਵਿੱਚ ਕਰੋੜਾਂ ਰੁਪਏ ਦਾ ਰੈਵਨਿਊ ਲਾਸ ਹੋਇਆ, ਸਰਕਾਰ ਨੇ ਉਸ ਚੀਜ਼ ਦੀ ਨਾ ਪਰਵਾਹ ਕਰਦੇ ਹੋਏ ਲੋਕਾਂ ਦੀ ਸਿਹਤ ਤੇ ਸੰਭਾਲ ਲਈ ਲੋਕਾਂ ਨੂੰ ਦੱਸਿਆ ਵੀ ਤੁਸੀਂ ਇਸ ਤਰੀਕੇ ਜ਼ਿੰਦਗੀ ਜਿਉਣੀ ਹੈ। ਪਰ ਜੇ ਅਸੀਂ ਹੁਣ ਵੀ ਗਲਤੀ ਕਰਾਂਗੇ, ਮੈਂ ਸਮਝਦਾ ਕਿ ਸ਼ਾਇਦ ਉਹ ਅਸੀਂ ਆਪਦੇ ਲਈ ਨਹੀਂ ਇਹ ਗਲਤੀ ਕਰਾਂਗੇ, ਅਸੀਂ ਆਪਣੇ ਪਰਿਵਾਰਾਂ ਨੂੰ ਵੀ ਇਸ ਮੁਸੀਬਤ ਦੇ ਵਿੱਚ ਪਾਵਾਂਗੇ ਤੇ ਸਮਾਜ ਨੂੰ ਵੀ ਇਸ ਮੁਸੀਬਤ ਦੇ ਵਿੱਚ ਪਾਵਾਂਗੇ। ਪਰ ਉਸ ਵਕਤ ਬਹੁਤ ਵੱਡੀ ਹੈਰਾਨੀ ਹੁੰਦੀ ਹੈ ਵੀ ਜਦੋਂ ਅੱਜ ਇਸ ਕਰੋਨਾ ਦੇ ਮਹਾਮਾਰੀ ਦੇ ਸਮੇਂ ਦੇ ਵਿੱਚ ਜਿਹੜੇ ਲੀਡਰਾਂ ਨੇ ਲੋਕਾਂ ਨੂੰ ਅਵੇਅਰ ਕਰਨਾ ਤੇ ਉਹ ਐਸੇ ਪ੍ਰੋਟੈਸਟ ਦੇ ਵਿੱਚ ਲੱਗੇ ਹੋਏ ਨੇ ਵੀ ਆਹ ਨਾਮਰਾਦ ਬਿਮਾਰੀ ਤੋਂ ਪਹਿਲਾਂ ਬਾਹਰ ਨਿਕਲ ਲਈਏ, ਫਿਰ ਅਸੀਂ ਜਿਹੜੇ ਵੀ ਹੋਰ ਕੰਮ ਨੇ ਉਹ ਸਾਰੇ ਬਾਅਦ ਚੋਂ ਕੀਤੇ ਜਾ ਸਕਦੇ ਆ। ਹਾਂ, ਪੰਜਾਬ ਨੂੰ ਬਚਾਉਣ ਲਈ ਜਿਹੜਾ ਕੋਈ ਨੇਤਾ, ਕੋਈ ਲੀਡਰ ਕਰੋਨਾ ਤੋਂ ਬਚਾਉਣ ਲਈ ਕੋਈ ਉਪਰਾਲਾ ਕਰੂਗਾ, ਮੈਂ ਸਮਝਦਾ ਕਿ ਉਦੋਂ ਸੂਝਵਾਨ ਤੇ ਸਿਆਣਾ ਕੋਈ ਲੀਡਰ ਨਹੀਂ ਹੋ ਸਕੂਗਾ। ਸੋ ਸਾਡੀ ਜ਼ਿੰਮੇਵਾਰੀ ਇਹੀ ਬਣਦੀ ਹੈ ਵੀ ਅਸੀਂ ਸਾਰੇ ਜਾਣੇ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਨੇ ਉਹਦੇ ਤੇ ਕੰਮ ਕਰੀਏ। ਸਰਕਾਰ ਨੇ ਹਦਾਇਤਾਂ ਦਿੱਤੀਆਂ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਹਦਾਇਤਾਂ ਨੂੰ ਲਾਗੂ ਕਰਾਉਣਾ, ਤੇ ਕੀ ਤੁਸੀਂ ਸਮਝਦੇ ਹੋ ਕਿ ਪ੍ਰਸ਼ਾਸਨ ਨੂੰ ਇਹ ਹਦਾਇਤਾਂ ਲਾਗੂ ਕਰਾਉਣ ਲਈ ਕੋਈ ਜਿਹੜੀ ਸਖਤੀ ਹੈਗੀ ਉਹ ਕਰਨੀ ਚਾਹੀਦੀ ਹੈ? ਸੋ ਦੇਖੋ, ਕੋਈ ਐਸੀ ਗੱਲ ਨਹੀਂ, ਲੋਕ ਕਾਫੀ ਹੱਦ ਤੱਕ ਅਵੇਅਰ ਵੀ ਹੈਗੇ ਨੇ। ਜੇ ਆਪਾਂ ਮਾਲ ਦੇ ਵਿੱਚ ਜਾਂਦੇ ਹਾਂ, ਮੈਂ ਕੱਲ੍ਹ ਮਾਲ ਦੇ ਵਿੱਚ ਕਿਸੇ ਦੇ ਵਿੱਚ ਗਿਆ ਤਾਂ ਕਾਫੀ ਸਟਿਕਨੈਸ ਦੇਖੀ ਉੱਥੇ, ਮੈਂ ਐਸੀ ਗੱਲ ਨਹੀਂ ਹੈਗੀ। ਇਹ ਪ੍ਰਸ਼ਾਸਨ ਨੇ ਜੇ ਸਖਤੀ ਕੀਤੀ ਹੋਈ ਆ ਉਸੇ ਕਰਕੇ ਹੀ ਹੋ ਰਿਹਾ, ਕਿਉਂਕਿ ਅਗਰ ਇਹ ਵੱਧ ਜਾਂਦੀ ਆ ਪ੍ਰੋਬਲਮ ਤਾਂ ਫਿਰ ਇਹ ਕੰਟਰੋਲ ਕਰਨੀ ਮੁਸ਼ਕਲ ਹੋ ਜੂਗੀ। ਕਿਉਂਕਿ ਦਿੱਲੀ ਦੇ ਵਿੱਚ ਆਪਾਂ ਜੋ ਹਾਲਾਤ ਦੇਖ ਰਹੇ ਹਾਂ, ਉੱਥੇ ਦੇ ਸੀਐਮ ਸਾਹਿਬ ਨੇ ਬੜੀਆਂ ਵੱਡੀਆਂ ਗੱਲਾਂ ਤਾਂ ਕਰਤੀਆਂ, ਪਰ ਗਰਾਊਂਡ ਲੈਵਲ ਤੇ ਕੁਝ ਹੋਇਆ ਨਹੀਂ। ਤੇ ਇੱਥੇ ਦਾ ਤੇ ਉੱਥੇ ਦਾ ਤੁਸੀਂ ਜਦੋਂ ਫਰਕ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਪ੍ਰਸ਼ਾਸਨ ਇੱਥੇ ਦਾ ਗਰਾਊਂਡ ਲੈਵਲ ਤੇ ਕੁਝ ਕੰਮ ਕਰ ਸਕਿਆ ਜਾਂ ਨਹੀਂ। ਉੱਥੋਂ ਇਹਨਾਂ ਦੇ ਰਿਜ਼ਲਟ ਨੇ ਜਿਹੜੇ ਉੱਥੋਂ ਪਤਾ ਲੱਗਦਾ ਵੀ ਇੰਨੇ ਕਰੋਨਾ ਦੇ ਕੇਸ ਉਹਨੇ ਨਹੀਂ ਆ ਰਹੇ ਜਿੰਨੇ ਦਿੱਲੀ ਦੇ ਵਿੱਚ ਆ ਰਹੇ ਆ। ਪਰ ਫਿਰ ਵੀ ਹੋਰ ਵੀ ਸਾਨੂੰ ਇਹ ਤਾਂ ਹੁਣ ਪਬਲਿਕ ਨੂੰ ਵੀ ਥੋੜ੍ਹਾ ਜਿਹਾ ਅਵੇਅਰ ਹੋਣਾ ਪਊਗਾ ਆਪਣੇ ਪਰਿਵਾਰਾਂ ਦੀ ਖਾਤਰ, ਇਹਨਾਂ ਨੂੰ ਵੀ ਜ਼ਰੂਰਤ ਹੈ ਰੱਖਣਾ ਪਊਗਾ, ਸਾਡੀ ਵੀ ਡਿਊਟੀ ਬਣਦੀ ਹੈ। ਜਿਸ ਤਰ੍ਹਾਂ ਤੁਸੀਂ, ਮੇਰਾ ਲਾਸਟ ਕੁਐਸਚਨ ਹੈ, ਜਿਸ ਤਰ੍ਹਾਂ ਤੁਸੀਂ ਹੁਣੇ ਆਪਣੇ ਗੱਲ ਕੀਤੀ ਹੈ ਉਸ ਲੀਡਰ ਆਪਣੀ ਲੀਡਰੀ ਚਮਕਾਉਣ ਲਈ ਲੱਗੇ, ਉਹਨਾਂ ਨੂੰ ਲੋਕਾਂ ਦੀ ਸਿਹਤ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਜੋ ਹੁਣ ਤੱਕ ਕੀਤਾ, ਨਾ ਤਾਂ ਸੋਸ਼ਲ ਡਿਸਟੈਂਸ ਰੱਖਿਆ, ਨਾ ਕੋਈ ਮਾਸਕ ਲਾਏ, ਫਗਵਾੜਾ ਪੁਲਿਸ ਨੇ ਉਹਨਾਂ ਦੇ FIR ਵੀ ਲੌਜ ਦਿੱਤੀ ਹੈ, ਪਰ ਉਹਨਾਂ ਨੇ ਕੰਟਰੋਲ ਨਹੀਂ ਕੀਤਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸੋ ਮੈਂ ਇੰਨੀ ਗੱਲ ਕਹਿਣਾ ਵੀ ਪਹਿਲਾਂ ਆਪਾਂ ਆਪਣੇ ਘਰ ਨੂੰ ਸੰਭਾਲ ਲਈਏ, ਫਿਰ ਆਪਾਂ ਪੰਜਾਬ ਨੂੰ ਸੰਭਾਲਣ ਤੁਰੀਏ ਤਾਂ ਗੱਲ ਚੰਗੀ ਲੱਗਦੀ ਆ। ਇੱਥੇ ਤਾਂ ਇਹ ਹਾਲਾਤ ਹੋਏ ਨੇ ਵੀ ਲੋਕਾਂ ਨੂੰ ਨਾ ਕੋਈ ਡਿਵੈਲਪਮੈਂਟ, ਨਾ ਕੋਈ ਹੋਰ ਗੱਲ, ਤੇ ਆਪਾਂ ਚੜ੍ਹ ਕੇ ਸਾਈਕਲ 'ਤੇ ਪੰਜਾਬ ਫਤਿਹ ਕਰਨ ਤੁਰ ਪਏ। ਸੋ ਇੱਥੋਂ ਹੀ ਤਾਂ ਗੱਲ, ਮੈਂ ਇਹੀ ਗੱਲ ਸਮਝਾਉਣਾ ਕਿ ਲੋਕਾਂ ਨੂੰ ਇਹੀ ਗੱਲ ਕਹਿਣਾ ਵੀ ਸਾਡੇ ਨੁਮਾਇੰਦੇ ਦੀ ਤੁਸੀਂ ਪਰਫਾਰਮੈਂਸ ਦੇਖ ਕੇ ਉਹਨੂੰ ਵੋਟ ਪਾਓ, ਚਾਹੇ ਉਹ ਕੋਈ ਵੀ ਨਾ ਹੋਵੇ। ਮੈਂ 2 ਵਾਰ ਕਾਉਂਸਲਰ ਰਿਹਾ, ਮੇਰਾ ਰਿਕਾਰਡ ਕਢਾ ਕੇ ਦੇਖਿਆ ਜਾਵੇ ਵੀ ਕੜਵਲ ਨੇ ਆਪਣੇ ਸਮੇਂ ਦੇ ਵਿੱਚ ਕਿੰਨਾ ਫੰਡ ਲਿਆਇਆ ਤੇ ਕਿੰਨੇ ਕੰਮ ਕਰਾਏ, ਤੇ ਮੌਜੂਦਾ MLA ਸਾਹਿਬ ਨੂੰ ਦੇਖ ਲਿਆ ਜਾਵੇ, ਜੇ ਮੇਰੇ MLA ਤੋਂ ਫੰਡ ਜਾਂ ਕੰਮ 10 ਗੁਣਾ ਵੱਧ ਨਾ ਹੋਣ, ਜੋ ਕਹੋ ਮੈਂ ਦੇਣਦਾਰ ਹੋਊਂਗਾ। ਇਕੱਲਾ ਭਾਸ਼ਣ ਦੇ ਕੇ ਨਹੀਂ, ਅੱਜ ਲੋਕਾਂ ਨੂੰ ਜ਼ਰੂਰਤ ਆ ਇਸ ਮਹਾਮਾਰੀ ਤੋਂ ਬਚਾਉਣ ਦੀ। ਮੈਂ ਉਹਨਾਂ ਸਾਰੇ ਲੀਡਰ ਸਾਹਿਬਾਨ ਨੂੰ ਮੈਂ
ਉਹਦੀ ਤਾਂ ਹੁਣ ਕੀ ਗੱਲ ਕਰਾਂ, ਇਹਨਾਂ ਦੀ ਤਾਂ ਹੁਣ ਚਲੋ ਆਦਤ ਹੀ ਬਣ ਗਈ। ਇਸ ਵਿਸ਼ੇ ਤੇ ਜੇ ਆਪਾਂ ਗੱਲ ਕਰਦੇ ਵੀ ਹਾਂ ਤਾਂ ਸ਼ਾਇਦ ਲੋਕ ਕਹਿਣਗੇ ਵੀ ਯਾਰ ਇਸ ਪਾਸੇ ਹੀ ਲੱਗੇ ਰਹਿੰਦੇ ਆ, ਤਾਂ ਇਹਨਾਂ ਤੇ ਤਾਂ ਹੁਣ એનર્ਜੀ ਵੇਸਟ ਕਰਨ ਵਾਲੀ ਗੱਲ ਆ, ਕਿਉਂਕਿ ਇਹ ਲੋਕਾਂ ਦੇ ਹੁਣ ਮਨਾਂ 'ਚੋਂ ਉਤਰ ਚੁੱਕੇ ਆ। ਸੋ ਹੁਣ ਸਾਈਕਲ ਤੇ ਚੜ੍ਹ ਕੇ ਇਹ ਲੋਕਾਂ ਨੂੰ ਸਮਝਦੇ ਆ ਵੀ ਕਮਲੇ ਨੇ, ਫੇਰ ਸਾਡੇ ਮਗਰ ਲੱਗ ਜਾਣਗੇ। ਬਹੁਤ ਹੋ ਕੁਛ ਹੋ ਚੁੱਕਿਆ, ਹੁਣ ਲੋਕ ਨਹੀਂ ਮਗਰ ਲੱਗਦੇ। ਹੁਣ ਲੋਕਾਂ ਨੂੰ ਤੁਸੀਂ ਇਹ ਕਰੋਨਾ ਪ੍ਰਤੀ ਜਾਗਰੂਕ ਕਰਨ ਲਈ ਕੀ ਕਹਿਣਾ ਚਾਹੋਗੇ? ਮੈਂ ਇਹ ਬੇਨਤੀ ਕਰਦਾ ਵੀ ਦੇਖੋ, ਜਦੋਂ ਤਾਂ ਕੇਸ ਹਿੰਦੁਸਤਾਨ ਦੇ ਵਿੱਚ ਸੀ 5000 10,000 20,000 ਲੱਖ, ਆਪਾਂ ਉਦੋਂ ਤੱਕ ਬੜਾ ਡਰ ਕੇ ਰਹੇ। ਅੱਜ ਕੇਸ ਕੋਈ 5 ਲੱਖ ਦੇ ਕਰੀਬ, 5.5 ਲੱਖ ਦੇ ਕਰੀਬ ਤੁਰੇ ਫਿਰਦੇ ਨੇ ਹਨ। ਤਾਜੀ ਫਿਗਰ ਮੈਂ ਦੇਖ ਨਹੀਂ ਸਕਿਆ, ਨੀਅਰ ਅਬਾਊਟ 5 ਲੱਖ ਤੁਰੇ ਫਿਰਦੇ ਆ। ਅਤੇ ਅੱਜ ਆਪਾਂ ਇਸ ਚੀਜ਼ ਤੋਂ ਡਰਦੇ ਹੀ ਨਹੀਂ ਹੈਗੇ। ਸੋ ਮੈਂ ਇਹ ਕਹੂੰਗਾ ਵੀ ਇਹ ਸਾਡੇ ਦੇਸ਼ ਦੀ ਅਰਥ ਵਿਵਸਥਾ ਖਰਾਬ ਕਰ ਦੂ ਜੇ ਇਹ ਇਸੇ ਤਰ੍ਹਾਂ ਵੱਧਦਾ ਰਿਹਾ। ਸੋ ਆਪਾਂ ਜਿੱਥੇ ਆਪਣੇ ਪਰਿਵਾਰ ਬਚਾਉਣੇ ਆ, ਉੱਥੇ ਆਪਣੀ ਦੇਸ਼ ਬਚਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸੋ ਆਪਾਂ ਸਾਰੇ ਜਣੇ ਇਸ ਨਾਮੁਰਾਦ ਬਿਮਾਰੀ ਨੂੰ ਤੋਂ ਕਿਵੇਂ ਬਚ ਸਕਦੇ ਹਾਂ? ਜਿੱਥੇ ਆਪਾਂ ਆਪਦੇ ਆਪ ਨੂੰ ਰੋਕਣਾ, ਉੱਥੇ ਤੁਸੀਂ ਕਿਸੇ ਨੂੰ ਵੀ ਰੋਕਣਾਗਾ ਵੀ ਤੁਸੀਂ ਆਹ ਚੀਜ਼ ਕਰ ਰਹੇ ਹੋ, ਉਹਨੂੰ ਗਲਤ ਕਰ ਰਹੇ ਹੋ, ਤੁਸੀਂ ਨਾ ਕਰੋ। ਤਾਂ ਉਸ ਚੀਜ਼ ਦੇ ਵਿੱਚ ਕਿਸੇ ਨੂੰ ਕੋਈ ਗਿਲਾ ਨਹੀਂ ਹੋਣਾ ਚਾਹੀਦਾ, ਤਾਂ ਕਿ ਜੇ ਕੋਈ ਗਲਤੀ ਕਰਦਾ ਜਾਂ ਤੁਹਾਡਾ ਕੋਈ ਪੜੋਸੀ ਕੋਈ ਗਲਤ ਤਰੀਕੇ ਨਾਲ ਇਕੱਠ ਕਰਕੇ ਕੋਈ ਫੰਕਸ਼ਨ ਕਰਦੇ ਆ ਜਾਂ ਕੋਈ ਇਕੱਠ ਕਰਦੇ ਆ, ਤਾਂ ਉਹ ਪ੍ਰਸ਼ਾਸਨ ਨੂੰ ਦੱਸਣਾ ਜ਼ਰੂਰੀ ਆ, ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਸੋ ਮੈਂ ਇਸ ਗੱਲ ਦੀ ਅਪੀਲ ਕਰਦਾ ਕਿ ਸਾਰੇ ਜਣਿਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਜਿੱਥੇ ਸਾਡੇ CM ਸਾਹਿਬ ਲੱਗੇ ਹੋਏ ਆ, ਉੱਥੇ ਹਲਕਿਆਂ ਦੇ ਵਿੱਚ MLA ਜਾਂ ਹਲਕਾ ਇੰਚਾਰਜ ਲੱਗੇ ਹੋਏ ਆ, ਉੱਥੇ ਕੌਂਸਲਰ ਵੀ ਇਸ ਗੱਲ 'ਤੇ ਅਵੇਅਰ ਨੇ, ਅਤੇ ਉੱਥੇ ਮੁਹੱਲਾ ਪ੍ਰਧਾਨਾਂ ਨੂੰ ਮੈਂ ਬੇਨਤੀ ਕਰਦਾ, ਦੇਖੋ ਤੁਰਨੀ ਕੋਈ ਵੀ ਗੱਲ ਆ ਗਰਾਊਂਡ ਲੈਵਲ ਤੋਂ ਗੱਲ ਤੁਰਦੀ ਹੈ। ਸੋ ਸਾਨੂੰ ਪਹਿਲਾਂ ਗਰਾਊਂਡ ਲੈਵਲ 'ਤੇ ਸਾਡੇ ਮੁਹੱਲਾ ਪ੍ਰਧਾਨਾਂ ਨੂੰ, ਗਲੀਆਂ ਦੇ ਪ੍ਰਧਾਨ ਨੇ ਜਿਹੜੇ, ਉਹਨਾਂ ਨੂੰ ਇਸ ਚੀਜ਼ ਦੀ ਅੱਖ ਰੱਖਣੀ ਚਾਹੀਦੀ ਆ ਵੀ ਫਲਾਨੀ ਜਗ੍ਹਾ 'ਤੇ ਕੋਈ ਕੇਸ ਗਲਤ ਆ ਚੁੱਕਿਆ ਗਾ, ਅਤੇ ਉੱਥੋਂ ਕੋਈ ਬੰਦਾ ਜੇ ਕੋਈ ਲਾਪਰਵਾਹੀ ਕਰਦਾ, ਪ੍ਰਸ਼ਾਸਨ ਨੂੰ, ਪੁਲਿਸ ਨੂੰ ਉਹਦੀ ਇਨਫੋਰਮੇਸ਼ਨ ਦਿੱਤੀ ਜਾਵੇ, ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਬੱਚਿਆਂ ਅਤੇ ਬਜ਼ੁਰਗਾਂ ਨੂੰ, ਆਪਦਿਆਂ ਨੂੰ ਬਚਾ ਸਕੀਏ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਜਿਸ ਤਰ੍ਹਾਂ ਕੜਵਲ ਸਾਹਿਬ ਨੇ ਕਿਹਾ, ਜੋ ਪ੍ਰਸ਼ਾਸਨ ਨੇ ਸਾਨੂੰ ਹਦਾਇਤਾਂ ਦਿੱਤੀਆਂ, ਸਾਨੂੰ ਉਸ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ। ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ, ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ, ਸੋਸ਼ਲ ਡਿਸਟੈਂਸ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਸੋ ਇੱਕ ਵਾਰ ਬਹੁਤ ਬਹੁਤ ਤੁਹਾਡਾ ਫਿਰ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।